परम सन्मानयोग सतगुਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਬਹੁਤ ਵਡਭਾਗੇ ਹੋ ਜੋ ਕਿ ਸੰਧਿਆ ਕਾਲ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਸਤਿਗੁਰੂ ਸਾਹਿਬਾਂ ਦੀ ਲੜੀਵਾਰ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਸੋ ਸੰਧਿਆ ਦੇ ਦੀਵਾਨਾਂ ਅੰਦਰ ਅੰਮ੍ਰਿਤਮਈ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹਾਂ। ਸਤਿਗੁਰੂ ਸਾਹਿਬਾਂ ਦਾ ਪਾਵਨ ਕਲਿਆਣਕਾਰੀ ਇਤਿਹਾਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਪਿਛਲੇ ਦੀਵਾਨਾਂ ਅੰਦਰ ਆਪ ਸੰਗਤਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ ਕਿ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਅਤੇ ਬਾਬਾ ਰਾਮ ਰਾਏ ਜੀ ਤਿੰਨਾਂ ਦਾ ਬੇੜੀ ਦੇ ਵਿੱਚ ਜਮਨਾ ਦੇ ਵਿੱਚ ਸਤਿਗੁਰੂ ਸਾਹਿਬਾਂ ਦਾ ਮਿਲਾਪ ਹੋਇਆ। ਬਾਬਾ ਰਾਮ ਰਾਏ ਜੀ ਦਾ ਨਾਲ ਮਿਲ ਕੇ ਸਤਿਗੁਰੂ ਸਾਹਿਬ ਜੀ ਵਾਰਤਾਲਾਪ ਕਰ ਰਹੇ ਹਨ। ਸੋ ਇਤਿਹਾਦ ਕਥਾ ਵਿਚਾਰ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਵਿਚਾਰ ਦੀ ਆਰੰਭਤਾ ਹੋ ਰਹੀ ਹੈ। ਸੋ ਸਤਿਗੁਰੂ ਸਾਹਿਬਾਂ ਦਾ ਪਾਵਨ ਇਤਿਹਾਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣ ਸ੍ਰੀ ਕਲਗੀਧਰ ਸਭ ਲਹਿਓ। ਬਾਬਾ ਰਾਮ ਰਾਏ ਜੀ ਦੇ ਬਚਨ ਵਿਲਾਸ ਸੁਣ ਕੇ ਕਲਗੀਧਰ ਪਾਤਸ਼ਾਹ ਸਤਿਗੁਰੂ ਸਾਹਿਬਾਂ ਨੇ ਲਹਿਓ ਨਾਮ ਜਾਣਿਆ। ਗੁਰ ਸੁਤ ਨਿਜ ਆਛੈ ਜਿਮ ਕਹਿਓ। ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੇ ਜਿਵੇਂ ਆਪਣਾ ਆਸ਼ਾ ਸਿਧਾਂਤ ਕਿਹਾ। ਬੋਲੇ ਰਾਮ ਰਾਏ ਗੁਰ ਸਾਚਾ। ਸਤਿਗੁਰੂ ਜੀ ਕਹਿਣ ਲੱਗੇ ਕਿ ਰਾਮ ਰਾਏ ਤਾਂ ਸੱਚਾ ਹੈ। ਗੁਰ ਪਰ ਕੇ ਹਿਤ ਸੋ ਚਿਤ ਰਾਚਾ। ਗੁਰੂ ਅਤੇ ਪਰਾਇਆਂ ਦੇ ਹਿੱਤ ਵਿੱਚ ਜਿਹਦਾ ਚਿੱਤ ਰਚਿਆ ਹੋਇਆ ਹੈ, ਪਰਉਪਕਾਰਤਾ ਵਾਲਾ ਹਿਰਦਾ ਹੈ ਬਾਬਾ ਰਾਮ ਰਾਏ ਜੀ ਦਾ। ਪੁਨ ਤਟ ਦਿਸ਼ਾ ਦ੍ਰਿਸ਼ਟ ਗੁਰ ਪ੍ਰੇਰੀ। ਫਿਰ ਜਮਨਾ ਨਦੀ ਦੇ ਕਿਨਾਰੇ ਵੱਲ ਗੁਰਾਂ ਦ੍ਰਿਸ਼ਟੀ ਪ੍ਰੇਰੀ। ਕੇਤਕ ਸੰਗਤ ਥਿਤ ਤਿਸ ਕੇਰੀ। ਕਿੰਨੀ ਕੁ ਸੰਗਤ ਬਾਬਾ ਰਾਮ ਰਾਏ ਜੀ ਦੀ ਕਿਨਾਰੇ ਤੇ ਖਲੋਤੀ ਹੈ। ਬੇਮੁਖ ਹੋਏ ਕਰ ਖਰੇ ਕੁਚਾਰੀ। ਖੋਟੀ ਚਾਲ ਚੱਲਣ ਵਾਲੇ ਰਾਮ ਰਾਏ ਦੇ ਸੇਵਕ ਬੇਮੁਖ ਹੋ ਕੇ ਖਲੋਤੇ ਸਨ। ਸਤਿਗੁਰ ਕੀ ਦਿਸ਼ ਕੀਨ ਪਿਸ਼ਾਰੀ। ਸਤਿਗੁਰਾਂ ਵੱਲ ਪਿਸ਼ਾਰੀ ਪਿੱਛਾ ਕੀਤਾ ਹੋਇਆ ਸੀ। ਮੰਦ ਭਾਗ ਮਤ ਮੰਦ ਮਲੀਨੇ। ਮੰਦੀ ਮਤ ਵਾਲੇ, ਮਨ ਦੇ ਮੈਲੇ, ਮੰਦੇ ਭਾਗਾਂ ਵਾਲੇ ਜਿਹੜੇ ਸਨ। ਸਨਮੁਖ ਹੋਏ ਨਾ ਦਰਸ਼ਨ ਕੀਨੇ। ਜਿਨ੍ਹਾਂ ਨੇ ਬਾਬਾ ਜੀ ਦੇ ਤਥਾ ਸਤਿਗੁਰਾਂ ਦੇ ਸਨਮੁਖ ਹੋ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਨਹੀਂ ਕੀਤੇ। ਗਨ ਪਾਪਨ ਅਸ ਫਲ ਉਪਜਾਇਓ। ਸਮੂਹ ਪਾਪਾਂ ਦਾ ਇਹ ਫਲ ਉਤਪੰਨ ਹੋਇਆ। ਜਿਸ ਤੇ ਨਹਿ ਗੁਰ ਦਰਸ਼ਨ ਪਾਇਓ। ਜਿਸ ਕਰਕੇ ਗੁਰਾਂ ਦੇ ਦਰਸ਼ਨ ਪ੍ਰਾਪਤ ਨਹੀਂ ਹੋਏ। ਪ੍ਰਭ ਬਿਲੋਕ ਤਿਨ ਕੋ ਮੁਸਕਾਨੇ। ਕਲਗੀਧਰ ਪਾਤਸ਼ਾਹ ਵੇਖ ਕੇ ਉਹਨਾਂ ਨੂੰ ਮੁਸਕਰਾਏ। ਸਭ ਕੇ ਸੁਨ ਤਿਓ ਪੁਨਹ ਬਖਾਨੇ। ਸਾਰਿਆਂ ਦੇ ਸੁਣਦਿਆਂ ਸਤਿਗੁਰੂ ਜੀ ਕਹਿਣ ਲੱਗੇ, ਰਾਮ ਰਾਏ ਤੋ ਹੈ ਗੁਰ ਸਾਚੇ। ਕਿ ਰਾਮ ਰਾਏ ਤਾਂ ਜਿਹੜਾ ਹੈ ਇਹ ਤਾਂ ਸੱਚਾ ਮੁਰਸ਼ਦ ਹੈ, ਭਾਵ ਚੰਗਾ ਉਪਦੇਸ਼ਟਾ ਹੈ। ਇਸ ਕੇ ਸਿੱਖ ਮੂਰਖ ਮਤ ਕਾਚੇ। ਰਾਮ ਰਾਏ ਸੱਚਾ ਹੈ ਪਰ ਇਹਦੇ ਸਿੱਖ, ਇਹਦੀ ਸੰਗਤ ਜਿਹੜੀ ਹੈ ਰਾਮ ਰਾਏ ਦੀ, ਇਹ ਮੂਰਖ ਹੈ ਤੇ ਕੱਚੀ ਮਤ ਵਾਲੀ ਹੈ। ਇਹ ਭੂਤਨੀ ਸੰਗਤ ਸਾਰੀ। ਸਾਰੀ ਸੰਗਤ ਇਹਦੀ ਭੂਤਨੀ ਹੈ। ਜਿਨਹੁ ਗੁਰਨ ਦਿਸ਼ ਕੀਨ ਪਿਸ਼ਾਰੀ। ਜਿਨ੍ਹਾਂ ਸਤਿਗੁਰਾਂ ਵੱਲ ਪਿਸ਼ਾਰੀ ਪਿੱਠ ਕੀਤੀ ਹੈ। ਗੁਰੂ ਪ੍ਰਲੋਕ ਨ ਬਣੈ ਸਹਾਈ। ਗੁਰੂ ਪ੍ਰਲੋਕ ਵਿੱਚ ਸਹਾਇਕ ਨਹੀਂ ਬਣਨਗੇ। ਇਹ ਕਾਮਨਾ ਕਛ ਲੈ ਪਾਈ। ਤੇ ਇਹ ਇਥੈ
ਮਾਤ ਲੋਕ ਵਿੱਚ ਕੁਛ ਕਾਮਨਾ ਨਹੀਂ ਪ੍ਰਾਪਤ ਕਰ ਸਕਣਗੇ ਜਿਹੜੇ ਗੁਰੂ ਤੋਂ ਬੇਮੁਖ ਹੋਣਗੇ। ਇਮ ਕਹਿ ਪੁਨ ਗੁਰਦਾਸ ਹੈ ਹੀਰਾ, ਇਉਂ ਕਹਿ ਕੇ ਭਾਈ ਗੁਰਦਾਸ ਵੱਲ ਵੇਖਿਆ। ਫਿਰ ਸ੍ਰੀ ਰਾਮ ਰਾਏ ਕੈ ਨੇਰਾ, ਬਾਬਾ ਰਾਮ ਰਾਏ ਜੀ ਦੇ ਕੋਲ ਖਲੋਤੇ ਹੈ ਭਾਈ ਬਹਿਲੋ ਕੇ ਗੁਰਦਾਸ ਜੀ। ਸੁਣ ਬਹਿਲੋ ਕੇ ਹਮੈਂ ਬਤਾਵੋ, ਗੁਰਦੇਵ ਕਹਿਣ ਲੱਗੇ ਬਹਿਲੋ ਕੇ ਗੁਰਦਾਸ ਸਾਨੂੰ ਦੱਸ, ਹਮਰੇ ਸਨਮੁਖ ਤੀਰ ਚਲਾਵੋ, ਕੀ ਸਾਡੇ ਸਾਹਮਣੇ ਤੀਰ ਚਲਾਵੇਂਗਾ ਤੂੰ? ਕਿਸ ਕੋ ਬਲ ਲੈ ਕਰਤ ਪ੍ਰਹਾਰਾ, ਕਿਹਦਾ ਬਲ ਲੈ ਕੇ ਸਾਨੂੰ ਤੂੰ ਤੀਰ ਦਾ ਵਾਰ ਕਰਦਾ? ਜਿਸ ਤੇ ਮਹਿਦ ਗਰਭ ਕੋ ਧਾਰਾ, ਜਿਸ ਕਰਕੇ ਵੱਡਾ ਅਹੰਕਾਰ ਤੂੰ ਧਾਰਨ ਕੀਤਾ ਹੈ। ਤਬ ਲੱਜਤ ਹੋਏ ਸੁ ਗੁਰਦਾਸ, ਭਾਈ ਗੁਰਦਾਸ ਬੜਾ ਸ਼ਰਮਸਾਰ ਹੋਇਆ। ਤਰੇ ਦ੍ਰਿਸ਼ਟ ਕਰ ਹਿਰਦੇ ਤਰਾਸ, ਨੇਤਰ ਨੀਵੇਂ ਕਰ ਲੈ ਹਿਰਦੇ ਚ ਡਰ ਰਿਹਾ ਹੈ। ਹੈਰਤ ਬੋਲਿਓ ਦੁਆ ਕਰ ਜੋਰ, ਕੰਬਦਿਆਂ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਪ੍ਰਭ ਜੀ ਹਮਕੋ ਤੁਮਰਾ ਜੋਰ। ਹੇ ਸਤਿਗੁਰੂ ਜੀ ਸਾਨੂੰ ਤਾਂ ਤੁਹਾਡਾ ਹੀ ਜੋਰ ਕਹੀਏ ਬਲ ਹੈ। ਲਗ ਦੀਰਘ ਜੋ ਕਾਰਜ ਸਾਰੇ, ਛੋਟੇ ਵੱਡੇ ਜਿੰਨੇ ਵੀ ਕਾਰਜ ਹਨ ਸਾਰੇ ਹੀ ਹਮ ਕਰ ਸਕੈ ਪ੍ਰਤਾਪ ਤੁਮਾਰੇ। ਤੁਹਾਡੀ ਕਿਰਪਾ ਦਾ ਬਲ ਪਾ ਕੇ ਤੁਹਾਡੇ ਪ੍ਰਤਾਪ ਸਦਕਾ ਹੀ ਅਸੀਂ ਕਰ ਸਕਦੇ ਹਾਂ। ਪੁਨ ਗੁਰ ਭਨਿਓ ਧਨਖ ਜਿਨ ਧਾਰਾ, ਸਤਿਗੁਰੂ ਜੀ ਕਹਿਣ ਲੱਗੇ ਜਿਹਨੇ ਧਨਖ ਧਾਰਨ ਕੀਤਾ ਹੋਇਆ ਹੈ। ਤਜਹ ਬਾਣ ਤਿਹ ਨਾਮ ਸੋ ਤਾਰਾ, ਉਹ ਤੀਰ ਚਲਾਵੇਗਾ ਸਾਡੇ ਉੱਪਰ। ਤੇਰਾ ਭਰਾ ਜੀ ਦਾ ਨਾਮ ਤਾਰਾ ਹੈ। ਉਦੈ ਭਇਓ ਤਬ ਹੂੰ ਤੇ ਕਹਿਓ, ਤਬ ਹੂੰ ਨਾਮ ਉਦੋਂ ਤੋਂ ਜਦੋਂ ਤੂੰ ਕਿਹਾ ਸੀ, ਉਦੋਂ ਤੋਂ ਤਾਰਾ ਉਦੇ ਹੋਇਆ ਸੀ, ਪ੍ਰਗਟ ਹੋਇਆ ਸੀ। ਅਬ ਸੋ ਅਸਤ ਹੋਏ ਹਮ ਲਹਿਓ, ਤੇ ਹੁਣ ਉਹ ਅਸਤ ਹੋਇਆ ਆਸਾ ਨੇ ਲੱਖ ਲਿਆ ਹੈ। ਉਹ ਤਾਰਾ ਅਸਤ ਹੋ ਗਿਆ, ਛੁਪ ਗਿਆ ਹੈ। ਸੁਣ ਕਰ ਕੰਪਤ ਤੂਸ਼ਨ ਠਾਨੀ, ਸੁਣ ਕੇ ਭਾਈ ਗੁਰਦਾਸ ਕੰਬਿਆ ਤੇ ਚੁੱਪ ਹੋਇਆ। ਰਹਿਓ ਜੋਰ ਕਰ ਗੁਰ ਅਗਵਾਨੀ, ਹੱਥ ਜੋੜ ਕੇ ਅੱਗੇ ਖਲੋਤਾ ਹੈ। ਵਧ ਕੈ ਬਾਕ ਬੇਅਦਬੀ ਕਹਿਓ, ਜਿਹੜੇ ਵਧੀਕੀ ਕਰਕੇ ਗੁਰਾਂ ਦੀ ਬੇਅਦਬੀ ਵਾਲੇ ਵਾਕ ਕਹੇ ਸਨ। ਪਛਤਾਵਤ ਤਿਸ ਕੋ ਫਲ ਲਹਿ, ਉਹਦਾ ਫਲ ਹਾਸਲ ਕਰਕੇ ਬੜਾ ਪਛਤਾਤਾਪ ਕਰ ਰਿਹਾ ਹੈ। ਇਮ ਸ੍ਰੀ ਰਾਮ ਰਾਏ ਅਰ ਸਤਿਗੁਰ, ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਤੇ ਸਤਿਗੁਰੂ ਕਾ ਧੰਨ ਕਲਗੀਧਰ ਪਾਤਸ਼ਾਹ ਜੀ ਬਾਕ ਬਿਲਾਸ ਭਰੇ ਕਰੇ ਭਰ ਮੁੱਧ ਔਰ ਹਿਰਦੇ ਚ ਪ੍ਰਸੰਨਤਾ ਧਾਰਨ ਕਰਕੇ ਬਚਨ ਬਿਲਾਸ ਕੀਤੇ। ਬੰਧਨ ਠਾਨ ਵਿਦਾ ਹੋਏ ਗਇਓ, ਬਾਬਾ ਰਾਮ ਰਾਏ ਜੀ ਨਮਸਕਾਰ ਕਰਕੇ ਚਲੇ ਗਏ। ਤੀਰ ਤੁਰੰਗ ਅਰੂੜਤ ਭਇਓ, ਕਿਨਾਰੇ ਤੇ ਖਲੋਤੇ ਘੋੜੇ ਤੇ ਅਸਵਾਰ ਹੋ ਗਏ। ਸਿੱਖ ਮਸੰਦ ਲੈ ਸੰਗ ਸਿਧਾਰਾ, ਆਪਣੇ ਮਸੰਦ ਸਿੱਖਾਂ ਨੂੰ ਨਾਲ ਲੈ ਕੇ ਚਲਿਆ ਗਿਆ। ਕਛ ਬਿਰਤੰਤ ਤਿਨ ਮਹਿਨਾ ਉਚਾਰਾ, ਜੋ ਸਤਿਗੁਰਾਂ ਨਾਲ ਵਾਰਤਾਲਾਪ ਹੋਈ, ਆਪਣੇ ਸੰਗੀਆਂ ਨਾਲ ਕੋਈ ਬਚਨ ਵਿਲਾਸ ਨਹੀਂ ਕੀਤਾ। ਜਾਏ ਪ੍ਰਵੇਸ਼ੋ ਆਪਨ ਡੇਰੇ, ਆਪਣੇ ਡੇਰੇ ਜਾ ਕੇ ਤੇ ਪ੍ਰਵੇਸ਼ ਹੋ ਗਿਆ, ਆਪਣੇ ਪੜਾਅ ਤੇ ਚਲਿਆ ਗਿਆ। ਉਤਰਿਓ ਹੈ ਤੇ ਕੀਨ ਬਸੇਰੇ, ਘੋੜੇ ਤੋਂ ਉਤਰ ਕੇ ਤੇ ਬਸੇਰਾ ਕੀਤਾ, ਆਸਣ ਤੇ ਚਲਿਆ ਗਿਆ। ਦੋਹਰਾ ਸ੍ਰੀ ਕਲਗੀਧਰ ਤਰੀ ਕੋ, ਸਤਿਗੁਰਾਂ ਨੇ ਬੇੜੀ ਨੂੰ ਪ੍ਰੇਰਨ ਕਰ ਜਲ ਮਾਹੇ, ਤੇ ਜਲ ਵਿੱਚ ਪ੍ਰੇਰਿਆ ਹੈ। ਰਬ ਤਨ ਜਾ ਕੇ ਬੀਚ ਹੀ, ਸੂਰਜ ਦੀ ਪੁੱਤਰੀ ਜਮਨਾ ਦੇ ਵਿੱਚ ਹੀ ਚਲੇ ਆਏ। ਹਰ ਖਾਏ ਬੜੀ ਖੁਸ਼ੀ ਨਾਲ ਪੌਂਟਾ ਸਾਹਿਬ ਵੱਲ ਨੂੰ ਚਲੇ ਆਉਂਦੇ ਹਨ। ਚੌਪਈ ਚੱਲੇ ਨਉ ਜਲ ਕੇ ਅਨੁਕੂਲੰ, ਜਲ ਦੇ ਅਨੁਕੂਲ ਬੇੜੀ ਚੱਲ ਰਹੀ ਹੈ। ਅਵਲੋਕ ਹੈ ਸੁੰਦਰ ਦਵੈਕੂਲੰ, ਦੋਨੋਂ ਹੀ ਕਿਨਾਰੇ ਬੜੇ ਸੁੰਦਰ ਤੱਕ ਰਹੇ ਹਨ। ਗਨ ਪੰਕਤ ਤਰਵਰ ਕੀ ਖਰੀ, ਦਰਖਤਾਂ ਦੀ ਪੰਗਤ ਜਿਹੜੀ ਹੈ ਉਹ ਕਿਨਾਰੇ ਤੇ ਖਲੋਤੀ ਹੈ। ਹੇ ਰਹਿ ਹਰੀ ਹਰੀ ਜਬ ਖਰੀ, ਬਹੁਤ ਸੁੰਦਰ
ਹਰੀ ਹਰੀ ਹਰਿਆਵਲਤਾ ਤੱਕ ਰਹੇ ਹੈ। ਸਨੇ ਸਨੇ ਗਮਨੇ ਜਲ ਤਰਨੀ, ਹੌਲੀ ਹੌਲੀ ਜਲ ਦੇ ਉੱਪਰ ਚੱਲ ਰਹੀ ਬੇੜੀ ਤੇ ਅਸਵਾਰ ਪਾਤਸ਼ਾਹ ਜਾ ਰਹੇ ਹੈ। ਸ੍ਰੀ ਮੁਖ ਤੇ ਸ਼ੋਭਾ ਬਹੁ ਬਰਣੀ, ਸੁਭਾਏ ਮਨ ਮੁਖੋਂ ਗੁਰਾਂ ਬੜੀ ਸ਼ੋਭਾ ਵਰਣਨ ਕੀਤੀ। ਪੁਸ਼ਪਤ ਬਨ ਕੋ ਕਰਹਿ ਦਿਖਾਵਨ, ਸਤਿਗੁਰੂ ਜੀ ਫੁੱਲਾਂ ਨਾਲ ਭਰੇ ਹੋਏ ਬਨ ਨੂੰ, ਬਾਗ ਨੂੰ, ਜੰਗਲ ਨੂੰ ਵਿਖਾ ਰਹੇ ਹਨ। ਤਰਵਰ ਕੀ ਬਹੁ ਜਾਤ ਬਤਾਵਨ, ਦਰਖਤ ਦੀਆਂ ਜਾਤਾਂ ਦੱਸਦੇ ਸਿੱਖਾਂ ਨੂੰ। ਬਿਨਾ ਪੰਕ ਤੇ ਚਾਰ ਪ੍ਰਵਾਹੂ, ਬਿਨਾ ਚਿੱਕੜ ਤੋਂ ਸੁੰਦਰ ਜਲ ਦਾ ਪ੍ਰਵਾਹ। ਸ਼ਿਆਮਲ ਬਰਨ ਬਿਲੋਕਹਿ ਤਾਹੂ, ਕਾਲੇ ਰੰਗ ਦਾ ਪ੍ਰਵਾਹ ਸਤਿਗੁਰੂ ਜੀ ਵੇਖ ਰਹੇ ਨਦੀ ਦਾ। ਨਗਰ ਪਾਵਟਾ ਤਟ ਪਰ ਜਾ ਕੇ, ਜਿਹਦੇ ਕਿਨਾਰੇ ਤੇ ਪੌਂਟਾ ਨਗਰ ਗੁਰਾਂ ਵਸਾਇਆ ਹੈ। ਆਵਤ ਚਲੇ ਨੀਰ ਪਰ, ਤਾਂ ਕਿ ਉਹਦੇ ਜਲ ਦੇ ਉੱਪਰ ਪਾਤਸ਼ਾਹ ਚਲੇ ਆਉਂਦੇ ਹੈ। ਤੀਰ ਤੀਰ ਪਰ ਹੈ ਡੁਰੇ ਆਏ, ਕਿਨਾਰੇ ਕਿਨਾਰੇ ਤੇ ਘੋੜਿਆਂ ਨੂੰ ਸਿੱਖ ਨਾਲ ਤੋਰੀ ਲਿਆਉਂਦੇ ਹਨ। ਸਭ ਹਿਨ ਕੇ ਸੇਵਕ ਲੈ ਧਾਏ, ਘੋੜਿਆਂ ਦੇ ਸੇਵਕ ਘੋੜਿਆਂ ਨੂੰ ਨਾਲ ਨਾਲ ਲੈ ਕੇ ਆ ਰਹੇ ਹਨ। ਜਹ ਬੈਠਣ ਕੀ ਰੁਚਿਰ ਸਥਾਈ, ਜਿੱਥੇ ਬਹਿਣ ਦਾ ਸੁੰਦਰ ਸਥਾਨ ਸੀ ਪੌਂਟਾ ਸਾਹਿਬ ਕੋਲ। ਸਿਲਾ ਵਿਸਾਲ ਪਰੀ ਤਟ ਛਾਈ, ਵੱਡੀ ਸਿਲਾ ਪਈ ਹੋਈ ਸੀ ਦਰਖਤ ਦੀ ਛਾਇਆ ਤਲੇ। ਅਬ ਲਓ ਥਲ ਬਿਨ ਕਰਦਮ ਸੋ, ਕਵੀ ਜੀ ਕਹਿੰਦੇ ਹੁਣ ਤੱਕ ਵੀ ਚਿੱਕੜ ਤੋਂ ਬਿਨਾ ਬੜਾ ਸੁੰਦਰ ਸਥਾਨ ਹੈ ਉਹ। ਦਿਖੀਅਤ ਹੈ ਸੁੰਦਰ ਤਟ ਦੋ, ਦੋਨੋਂ ਹੀ ਨਦੀ ਦੇ ਕਿਨਾਰੇ ਬੜੇ ਸੁੰਦਰ ਦਿਸਦੇ ਹਨ, ਜਾਂ ਦੋਨਾਂ ਕਿਨਾਰਿਆਂ ਤੋਂ ਸਥਾਨ ਬੜਾ ਸੁੰਦਰ ਦਿਸਦਾ ਹੈ। ਕਰੀ ਖਰੀ ਤਰਨੀ ਤਹਿ ਆਏ, ਬੇੜੀ ਖਿਲਾਰੀ ਪਾਤਸ਼ਾਹ ਉੱਥੇ ਆਏ। ਸ੍ਰੀ ਗੋਬਿੰਦ ਸਿੰਘ ਉਤਰੇ ਰਾਏ, ਧੰਨ ਗੁਰੂ ਗੋਬਿੰਦ ਸਿੰਘ ਜੀ ਰਾਜਾ ਸਰੂਪ ਸਤਿਗੁਰੂ ਜੀ ਉਤਰੇ ਹਨ। ਖਾਨ ਪਾਨ ਕਰ ਨਿਸਾ ਬਿਤਾਈ, ਜਲ ਪਾਣੀ ਛਕ ਰਾਤ ਗੁਜ਼ਾਰੀ। ਜਾਗੀ ਪ੍ਰਭ ਪ੍ਰਭਾਤ ਹੋਏ ਆਈ, ਸਵੇਰ ਹੋਈ ਪਾਤਸ਼ਾਹ ਉੱਠੇ। ਸੌਚ ਇਸ਼ਨਾਨ ਠਾਨ ਗੁਰ ਪੂਰੇ, ਸੌਚ ਕਿਰਿਆ ਕਰ ਇਸ਼ਨਾਨ ਪਾਨ ਕੀਤਾ ਪੂਰਨ ਗੁਰਾਂ ਨੇ। ਕਵਿਤਾ ਕਰਨ ਲੱਗੇ ਪ੍ਰਭ ਰੂਰੇ, ਸੁੰਦਰ ਕਵਿਤਾ ਰਚਨ ਲੱਗੇ ਮੇਰੇ ਪਾਤਸ਼ਾਹ। ਪ੍ਰਥਮੇ ਸ੍ਰੀ ਕ੍ਰਿਸ਼ਨ ਅਵਤਾਰੂ, ਪਹਿਲਾ ਸ੍ਰੀ ਕ੍ਰਿਸ਼ਨ ਅਵਤਾਰ ਸਤਿਗੁਰੂ ਸਾਹਿਬਾਂ ਨੇ ਰਚਿਆ। ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਾਤਸ਼ਾਹ ਰਚ ਰਹੇ ਹਨ। ਛੰਦ ਸਵਈਏ ਕਰਤੇ ਉਚਾਰੂ, ਛੰਦਾਂ 'ਚ ਸਵਈਆਂ 'ਚ ਕਵਿਤਾਂ 'ਚ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਰੁਚਿਰ ਰਾਸ ਮੰਡਲ ਬਹੁ ਵਰਣਿਓ, ਬਹੁਤ ਸੁੰਦਰ ਰਾਸ ਮੰਡਲ ਦਾ ਵਰਣਨ ਕੀਤਾ ਕਾਨ ਤੇ ਗੋਪੀਆਂ ਦੇ ਪ੍ਰਸੰਗ ਨੂੰ। ਉਪਮਾਨ ਹੈ ਉਪਮੇਯ ਹੈ ਕਰਨਿਓ, ਸਤਿਗੁਰੂ ਸਾਹਿਬਾਂ ਦੀ ਜਿਹੜੀ ਇਹ ਰਚਨਾ ਹੈ ਇਹ ਆਪ ਹੀ ਉਪਮਾ ਤੇ ਆਪ ਹੀ ਉਪਮੇਯ ਹੈ। ਉਪਮੇਯ ਜਿਹਨੂੰ ਉਪਮਾ ਦਿੱਤੀ ਜਾਵੇ ਤੇ ਉਪਮਾ ਜਿਹਦੀ ਦਿੱਤੀ ਜਾਵੇ। ਭਾਵ ਸਤਿਗੁਰੂ ਸਾਹਿਬਾਂ ਦੀ ਜਿਹੜੀ ਪਾਵਨ ਬਾਣੀ ਇਹਨੂੰ ਕਿਸੇ ਦੀ ਉਪਮਾ ਦਿੱਤੀ ਨਹੀਂ ਜਾ ਸਕਦੀ। ਸੋ ਆਪਣੀ ਉਪਮਾ ਆਪ ਹੀ ਉਪਮੇਯ ਹਨ ਤੇ ਆਪ ਵੀ ਉਪਮਾ ਸਰੂਪ ਹਨ। ਕਰ ਇਸ਼ਨਾਨ ਬੈਠੇ ਤਿਸ ਤੀਰ, ਪਾਤਸ਼ਾਹ ਇਸ਼ਨਾਨ ਕਰਕੇ ਉੱਥੇ ਬਹਿ ਜਾਂਦੇ ਨਦੀ ਕਿਨਾਰੇ। ਸਿਲਾ ਸੰਗ ਖਸ ਚਾਲਤ ਨੀਰ, ਸਿਲਾ ਨਾਲ ਖਹਿ ਕੇ ਜਲ ਜਿੱਥੋਂ ਦੀ ਚੱਲਦਾ ਹੈ। ਜਾਮ ਦਿਵਸ ਜਬ ਲਓ ਚੜ ਆਵੈ, ਪਹਿਰ ਦਿਨ ਜਦੋਂ ਤੱਕ ਚੜ ਆਉਂਦਾ। ਰਹਿ ਇਕਾਕੀ ਗਿਰਾ ਬਿਨਾਵੈ, ਇਕੱਲੇ ਬੈਠੇ ਬਾਣੀ ਬਣਾ ਕੇ ਪਾਤਸ਼ਾਹ ਲਿਖਦੇ ਰਹਿੰਦੇ। ਨਹਿ ਕਿਸੂ ਕੋ ਦਰਸ਼ਨ ਹੋਏ, ਕਿਸੇ ਨੂੰ ਉਦੋਂ ਦਰਸ਼ਨ ਨਹੀਂ ਦਿੰਦੇ। ਦੂਰ ਦੂਰ ਰਹਿ ਥਿਰ ਸਭ ਕੋਏ, ਦੂਰ ਦੂਰ ਪਹਿਰੇਦਾਰ ਸਿੱਖ ਖਿਲਾਰੇ ਹੁੰਦੇ ਸਤਿਗੁਰਾਂ ਨੇ। ਮਨ ਟਿਕਾਏ ਬਰ ਬਾਣੀ ਰਚੈ, ਮਨ ਟਿਕਾ ਕੇ ਸੁੰਦਰ ਬਾਣੀ ਜਿਹੜੀ ਹੈ ਕ੍ਰਿਸ਼ਨ ਅਵਤਾਰ ਆਦਿ ਬਾਣੀਆਂ ਰਚਦੇ ਹਨ। ਕ੍ਰਿਸ਼ਨ ਬਿਲਾਸ ਆਦਿਕ ਬਿਦ ਸਚੈ, ਜਿਹੜੇ ਕ੍ਰਿਸ਼ਨ ਅਵਤਾਰ ਭਗਵਾਨ ਜੀ ਹੋਏ ਹਨ ਉਹਨਾਂ ਦੇ ਜਿਹੜੇ ਕੌਤਕ ਵਿਲਾਸ, ਕਿਵੇਂ ਉਹਨਾਂ ਦਾ ਬਾਲਪਨ ਗੁਜ਼ਰਿਆ, ਕਿਵੇਂ ਉਹਨਾਂ ਦਾ ਜੇਲ੍ਹ ਵਿੱਚ ਵਾਸੂਦੇਵ ਦੇ ਘਰੇ ਦੇਵਕੀ ਦੇ ਕੁੱਖੋਂ ਅਵਤਾਰ ਹੋਇਆ, ਕਿਸ ਤਰ੍ਹਾਂ ਉਹਨਾਂ ਨੇ ਮਥੁਰਾ ਤੋਂ ਫਿਰ ਗੋਕਲ ਜਾ ਕੇ ਪਲੇ ਨੰਦ ਤੇ ਜਸ਼ੋਦਾ ਦੇ ਗ੍ਰਹਿ ਵਿਖੇ ਕਿਵੇਂ ਉੱਥੇ ਹੋਰ ਦੈਂਤਾਂ ਦਾ ਸ਼ਿੰਗਾਰ ਕੀਤਾ, ਜਿਵੇਂ ਪੂਤਨਾ ਸ਼ਿੰਗਾਰੀ ਤ੍ਰਿਣਾ ਵਰਤ ਕੀ ਬਦਾਰੀ ਦੇਹ,
दैत्य अघासुरहु की श्री जाहे फारी है, सिला जाहे तारी बकहु की चौंच चीर डारी, ऐसे भूम पारी जैसे आरी चीर डारी है। इस तरह ਜਿਹੜੇ ਜਿਹੜੇ दैत्य आउंदे रहे, जैसे श्री धर आया, बकासुर आया, अघासुर आया, काकासुर आया, इसी प्रकार पूतना आई, तिन्हां दा वध कीता। तृणाव्रत आया, ਉਹਦਾ ਨਾਸ ਕੀਤਾ। ਫਿਰ ਜਿਵੇਂ ਗੋਕੁਲ ਤੋਂ ਚੱਲ ਕੇ ਮਥੁਰਾ ਪਹੁੰਚਿਆ, ਚੰਡੂਰ ਮੁਸ਼ਟਕ ਦਾ ਵਧ ਕੀਤਾ, ਕੰਸ ਦਾ ਨਾਸ਼ ਕੀਤਾ। ਜਿਵੇਂ ਆਪਣੇ ਪਿਤਾ ਮਾਤਾ ਨੂੰ ਬੰਦੀਖਾਨੇ ਚੋਂ ਰਿਹਾ ਕਰਵਾਇਆ, ਉਗਰਸੈਨ ਨੂੰ ਜਿਵੇਂ ਰਾਜ ਦਿੱਤਾ, ਇਸੇ ਪ੍ਰਕਾਰ ਜਿਵੇਂ ਸਾਂਦੀਪਨੀ ਰਿਸ਼ੀ ਕੋਲ ਜਾ ਕੇ ਵਿਦਿਆ ਗ੍ਰਹਿਣ ਕੀਤੀ, ਇਸੇ ਪ੍ਰਕਾਰ ਜਿਵੇਂ ਸਾਂਦੀਪਨੀ ਰਿਸ਼ੀ ਦੇ ਪੁੱਤਰ ਨੂੰ ਜਮ ਕੋਲੋਂ ਵਾਪਸ ਲਿਆਂਦਾ। ਫਿਰ ਜਿਵੇਂ ਮਥੁਰਾ ਪਧਾਰੇ, ਜਰਾਸੰਧ ਦੀ ਸੈਨਾ ਨਾਲ ਜਿਵੇਂ ਵੱਡੇ ਵੱਡੇ ਜੰਗ ਅਖਾੜੇ ਰਚੇ, ਜਿਵੇਂ ਹਸਤਨਾਪੁਰੀ ਗਏ, ਪਾਂਡਵਾਂ ਦੇ ਨਾਲ ਜਿਸ ਤਰ੍ਹਾਂ ਵਿਚਰੇ, ਜਿਵੇਂ ਮਹਾਂਭਾਰਤ ਦੇ ਜੰਗ ਵਿੱਚ ਭਾਰਤ ਦੇ ਸਾਰਥੀ ਬਣੇ, ਇਤਿਆਦ ਉਹ ਸਾਰੇ ਜਿਹੜੇ ਪ੍ਰਸੰਗ ਹਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਜਿਹੜੇ ਉਹ ਸੰਚੈ ਨਾਮ ਇਕੱਤਰਤ ਕਰ ਰਹੇ ਹਨ। ਆਦ ਰਾਧਕਾ ਗੋਪੀ ਬ੍ਰਿੰਦ, ਰਾਧਕਾ ਆਦ ਸਮੂਹ ਗੋਪੀਆਂ ਦੇ ਪ੍ਰਸੰਗ ਵੀ 300 ਮਿਲ ਜਿਵੇਂ ਕੀਨ ਆਨੰਦ, ਗੋਪੀਆਂ ਨਾਲ ਮਿਲ ਕੇ ਜਿਵੇਂ ਆਨੰਦ ਕੀਤੇ। ਵਰਨ ਹੈ ਸਤਿਗੁਰ ਪ੍ਰੇਮ ਲਗਾਏ, ਬੜਾ ਪ੍ਰੇਮ ਲਾ ਕੇ ਸਤਿਗੁਰੂ ਜੀ ਵਰਣਨ ਕਰਦੇ ਹਨ। ਪੁਨ ਤੁਕਾਂਤ ਮਹਿ 35 ਪਾਏ, ਕਲਗੀਧਰ ਪਾਤਸ਼ਾਹ ਫਿਰ ਐਸੀ ਬਾਣੀ ਰਚਦੇ, ਤੁਕਾਂਤ ਵਿੱਚ 35 ਪਾ ਕੇ ਲਿਖਦੇ ਹਨ। ਐਸੀ ਸ਼ਰਧਾਬਦੀ ਖਾਲਸਾ ਜੀ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਪਾਤਸ਼ਾਹ ਨੇ ਐਸੇ ਤੁਕਾਂਤ ਜਿਹੜੇ ਆ ਉਹ ਰਲਾਏ ਹਨ ਕਿ ਤੁਕਾਂਤ ਦੇ ਜਿਹੜੇ ਆ ਉਹ ਸ਼ਬਦ ਦੇ ਵਿੱਚ ਪਹਿਲੋਂ ਊੜੇ ਤੋਂ ਲੈ ਕੇ ਫਿਰ ਐੜਾ ਆਉਂਦਾ ਹੈ, ਫਿਰ ਈੜੀ ਆਉਂਦੀ ਹੈ, ਅੜਾੜੇ ਤੱਕ 35 ਅੱਖਰ ਤੁਕਾਂਤ ਵਿੱਚ ਰਲਾ ਕੇ ਸਤਿਗੁਰੂ ਸਾਹਿਬਾਂ ਨੇ ਬਾਣੀ ਰਚੀ। ਬਾ ਕਮਾਲ ਕਵਿਤਾ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਜਮਨਾ ਨਦੀ ਦੇ ਕਿਨਾਰੇ ਪੌਂਟਾ ਸਾਹਿਬ ਬੈਠੇ ਹੋਏ ਪਾਤਸ਼ਾਹ ਉਚਾਰਨ ਕਰਕੇ ਤੇ ਲਿਖ ਰਹੇ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੋ ਸ਼ੁਭਦੀ ਦਾਸਾਂ ਦੇ ਸੁਭਾਅ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਜੋ ਬਖਸ਼ ਲੈਣਾ ਕਿਰਪਾ ਕਰਕੇ। ਸਤਿਗੁਰੂ ਜੀ ਸਮੱਤ ਦੇਣ ਵਾਲੇ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ। ਸਾਰੀ ਸੰਗਤ ਦੀ ਹਾਜ਼ਰੀਦਾਰ ਪ੍ਰਵਾਨ ਕਰਦਿਆਂ ਨਾਮਦਾਨ ਦੀਆਂ ਦਾਤਾਂ ਨਾਲ ਨਿਵਾਜਣ। ਸਭ ਨੂੰ ਪੰਕਤੀਆਂ ਪੜ੍ਹ ਸਮਾਪਤੀ ਕਰੀਏ ਜੀ। ਵਰਨ ਹੈ ਸਤਿਗੁਰ ਪ੍ਰੇਮ ਲਗਾਏ, ਪੁਨ ਤੁਕਾਂਤ ਮਹਿ 35 ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।